ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ ਸੀਪੀਐਨ, ਜਾਦੂ, roku TV, ਸ਼ਾਵਾ, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਅਸੀਂ ਬੀਤੀ ਕੱਲ੍ਹ ਵੀ ਗੱਲ ਕੀਤੀ ਸੀ ਕਿ ਜਿਹੜਾ ਬੰਦੀ ਛੋੜ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਅਕਾਲ ਤਖਤ ਵੱਲੋਂ ਸੰਦੇਸ਼ ਦਿੱਤਾ ਜਾਂਦਾ ਹੈ ਕੌਮ ਦੇ ਨਾਮ, ਉਸ ਨੂੰ ਲੈ ਕੇ SGPC ਵੱਲੋਂ SGPC ਦੇ ਵਿਚਕਾਰ ਅਤੇ ਜਿਹੜੇ ਸਰਬੱਤ ਖਾਲਸਾ 2015 ਦੇ ਵਿੱਚ ਹੋਇਆ ਸੀ ਉਹਦੇ ਵੱਲੋਂ ਥਾਪੇ ਜਥੇਦਾਰਾਂ ਵੱਲੋਂ ਜਿਹੜਾ ਟਕਰਾਅ ਦੀ ਲਾਈਨ ਹੈਗੀ ਹੈ ਦੋਵਾਂ ਦੇ ਵਿਚਾਲੇ, ਉਸ ਨੂੰ ਮੁੱਖ ਰੱਖਦਿਆਂ ਕੀ ਸਿਚੁਏਸ਼ਨ ਬਣੀ ਹੋਈ ਹੈ, ਸਥਿਤੀ ਬਣੀ ਹੋਈ ਹੈ। ਅਤੇ ਖਾਸ ਤੌਰ 'ਤੇ ਜਦੋਂ ਅਸੀਂ ਗਿਆਨੀ ਗੁਰਬਚਨ ਸਿੰਘ ਦੀ ਗੱਲ ਕਰਦੇ ਹਾਂ, ਉਹਨਾਂ ਦਾ ਜਿਹੜਾ ਸੰਦੇਸ਼ ਦੇਣਾ ਇਸ ਮੌਕੇ ਉਹ ਕੀ ਮਾਇਨੇ ਰੱਖਦਾ, ਇਸ ਬਾਬਤ ਅੱਜ ਅਸੀਂ ਗੱਲਬਾਤ ਕਰਾਂਗੇ। ਇਸ ਦੇ ਵਿਰੋਧ ਦੇ ਵਿੱਚ ਦਲ ਖਾਲਸਾ ਨੇ ਬੜਾ ਹੀ ਸਖਤ ਸਟੈਂਡ ਲਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਗਿਆਨੀ ਗੁਰਬਚਨ ਸਿੰਘ ਨੂੰ ਕੌਮ ਵੱਲੋਂ ਰੱਦ ਕੀਤਾ ਜਾ ਚੁੱਕਿਆ। ਸੋ ਅੱਜ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਦਲ ਖਾਲਸਾ ਦੇ ਸੀਨੀਅਰ ਆਗੂ ਸਰਦਾਰ ਸਤਨਾਮ ਸਿੰਘ ਪੌਂਟਾ ਸਾਹਿਬ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਸਤਨਾਮ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰਿਆਂ ਸਰੋਤਿਆਂ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਤਨਾਮ ਸਿੰਘ ਜੀ, ਅਸੀਂ ਬੰਦੀ ਛੋੜ ਦਿਵਸ ਦੇ ਮੌਕੇ ਅੱਜ ਅਸੀਂ ਗੱਲ ਕਰ ਰਹੇ ਹਾਂ, ਜਿੱਥੇ ਤੁਹਾਨੂੰ ਤੇ ਸਾਡੇ ਦਰਸ਼ਕਾਂ ਨੂੰ ਵੀ ਅਸੀਂ ਇਸ ਮੌਕੇ ਤੇ ਵਧਾਈ ਦਿੰਦੇ ਹਾਂ। ਨਾਲ ਦੀ ਨਾਲ ਜਿਹੜਾ ਇਹ ਰੇੜਕਾ ਚੱਲ ਰਿਹਾ ਹੈ, ਇੱਕ ਟਕਰਾਅ ਦੀ ਲਾਈਨ ਹੈਗੀ ਹੈ, ਇਸ ਬਾਰੇ ਤੁਸੀਂ ਕੀ ਸਮਝਦੇ ਹੋ? ਦਲ ਖਾਲਸਾ ਦਾ ਇਹਦੇ ਤੇ ਕੀ ਸਟੈਂਡ ਹੈ ਤੇ ਖਾਸ ਤੌਰ ਤੇ ਗਿਆਨੀ ਗੁਰਬਚਨ ਸਿੰਘ ਦਾ ਅਕਾਲ ਤਖਤ ਸਾਹਿਬ ਤੋਂ ਸੰਦੇਸ਼ ਦੇਣਾ ਕੀ ਮਾਇਨੇ ਰੱਖਦਾ ਹੈ ਸਿੱਖ ਕੌਮ ਦੇ ਲਈ? ਬੜੀ ਸਪਸ਼ਟ ਗੱਲ ਹੈ। ਮੈਂ ਇੱਥੇ ਨਾਰਥ ਅਮਰੀਕਾ ਦੇ ਸਰੋਤਿਆਂ ਨੂੰ ਤੇ ਹੋਰ ਫੇਸਬੁੱਕ ਤੇ ਜਿਹੜੇ ਵੀ ਨੇ ਸਰੋਤੇ ਇਸ ਵੇਲੇ ਆਨਲਾਈਨ ਨੇ, ਉਹਨਾਂ ਦੇ ਸਪਸ਼ਟ ਕਰਨਾ ਚਾਹੁੰਦਾ, ਦਲ ਖਾਲਸਾ ਦੇ ਨਾਲ ਹੀ ਸਮੁੱਚੀ ਕੌਮ ਜਿਹੜੀ ਹੈ, ਇਹ ਜਿਹੜੇ ਮੌਜੂਦਾ ਜਥੇਦਾਰ ਜਿਹੜੇ ਕਿ ਸ਼੍ਰੋਮਣੀ ਕਮੇਟੀ ਜਾਂ ਮੈਂ ਗੱਲ ਕਹਾਂ ਬੜੀ ਸਪਸ਼ਟ ਤੌਰ ਤੇ ਇਹ ਬਾਦਲ ਅਕਾਲੀ ਦਲ ਵੱਲੋਂ ਇੱਕ ਲਿਫਾਫੇ ਚੋਂ ਨਿਕਲੇ ਹੋਏ ਜੰਮੀ ਜਥੇਦਾਰ ਨੇ। ਦਲ ਕਦੇ ਵੀ ਕੌਮ ਨੇ ਇਸ ਨੂੰ ਦਿਲੋਂ ਪ੍ਰਵਾਨ ਨਹੀਂ ਕੀਤਾ। ਦੂਸਰੀ ਗੱਲ ਬੜੀ ਸਪਸ਼ਟ ਹੈ, ਜਿਸ ਵੇਲੇ 2 ਸਾਲ ਪਹਿਲਾਂ ਨਵੰਬਰ ਦੇ ਵਿੱਚ ਸਰਬੱਤ ਖਾਲਸਾ ਹੋਇਆ ਸੀ, ਉਸ ਵੇਲੇ ਵੀ ਸਮੁੱਚੀ ਕੌਮ ਨੇ ਇਸ ਵਾਸਤੇ ਰੱਦ ਕੀਤਾ ਸੀ ਇਹਨਾਂ ਨੂੰ। ਉਸ ਤੋਂ ਪਹਿਲਾਂ ਸਰਬੱਤ ਖਾਲਸਾ ਹੋਣ ਤੋਂ ਪਹਿਲਾਂ ਜਿਸ ਵੇਲੇ ਇਹਨਾਂ ਨੇ ਝੂਠੇ ਸਾਧ ਜਿਹੜਾ ਸਿਰਸੇ ਵਾਲਾ ਆ, ਉਸ ਨੂੰ ਮਤਲਬ ਕਿ ਬਕਾਇਦਾ ਤੌਰ ਤੇ ਜਥੇਦਾਰਾਂ ਨੇ ਮਿਲ ਕੇ ਬਾਦਲ ਅਕਾਲੀ ਦਲ ਦੇ ਕਹਿਣ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਪ੍ਰਭਾਵ ਪਾਉਣ ਦੇ ਉੱਤੇ ਇਹਨਾਂ ਜਥੇਦਾਰਾਂ ਨੇ ਉਸ ਨੂੰ ਬਿਨਾਂ ਮੰਗੇ ਮਾਫੀ ਦੇ ਦਿੱਤੀ ਸੀ ਜੀ। ਤੇ ਉਸ ਦਾ ਜਿਹੜਾ ਰਿਐਕਸ਼ਨ ਹੋਇਆ ਸੀ ਸਾਰੀ ਕੌਮ ਦੇ ਸਾਹਮਣੇ ਹੈ। ਸਾਰੀ ਕੌਮ ਦੇ ਵਿੱਚ ਦੁਨੀਆ ਭਰ ਦੇ ਵਿੱਚ ਰੋਹ ਜਾਗਿਆ ਸੀ। ਉਸ ਰੋਹ ਦੇ ਕਾਰਨ ਕੌਮ ਦੇ ਜੋ ਜਜ਼ਬਾ ਜਾਗਿਆ ਸੀ, ਇਹਨਾਂ ਨੇ ਉਸ ਨੂੰ ਮਜਬੂਰਨ ਤੌਰ ਤੇ ਇਹਨੂੰ ਵਾਪਸ ਲੈਣਾ ਪਿਆ। ਇਹ ਜਿਹੜੀ ਹੈ ਉਸ ਤੋਂ ਬਾਅਦ ਇਹ ਬਕਾਇਦਾ ਤੌਰ ਤੇ ਜਥੇਦਾਰ ਜਿਹੜੇ ਨੇ ਇਹਦੇ ਮਤਲਬ ਕਿ ਹੱਕ ਹੀ ਨਹੀਂ ਗਿਆ ਵੀ ਇਹ ਕੌਮ ਨੂੰ ਸੰਦੇਸ਼ ਦੇਣ। ਇਹਦਾ ਕੋਈ ਵੀ ਮਹਿਲਾ ਨਹੀਂ ਰੱਖਦਾ, ਕੋਈ ਅਰਥ ਨਹੀਂ ਰੱਖਦਾ ਜੀ। ਤੇ ਅਸੀਂ ਬਲਕਿ ਦਲ ਖਾਲਸਾ ਵੱਲੋਂ ਸਪਸ਼ਟ ਕਰਦੇ ਹਾਂ ਵੀ ਇਹ ਜਿਹੜਾ ਜਥੇਦਾਰ ਅੱਜ ਦੀਵਾਲੀ ਦੇ ਉੱਤੇ ਦਿੰਦੇ ਨੇ, ਇਹਨਾਂ ਨੂੰ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਬਾਦਲ ਜੁੰਡਲੀ ਨੂੰ ਵੀ ਅਗਰ ਇਹ ਮਤਲਬ ਕਿ ਕੌਮ ਦੇ ਹਿੱਤ ਦੀ ਮੂਲੀ ਦੀ ਵੀ ਸੋਚ ਰੱਖਦੇ ਨੇ, ਇਹਨਾਂ ਤੋਂ ਆਸ ਤਾਂ ਨਹੀਂ ਕੀਤੀ ਜਾ ਸਕਦੀ। ਪਰ ਅੱਜ ਮੈਂ ਗੱਲ ਕਹਾਂਗਾ ਵੀ ਅਗਰ ਉਹ ਹੈਡ ਗ੍ਰੰਥੀ ਵੱਲੋਂ ਦਰਬਾਰ ਸਾਹਿਬ ਦੇ ਨੂੰ ਇਹ ਕਹਿਣਗੇ ਉਹ ਸੰਦੇਸ਼ ਉਹ ਦੇਣ, ਤੇ ਅਗਰ ਇਹ ਜਿਹੜਾ ਝਗੜਾ ਜਿਹੜਾ ਹੈ, ਦੁੱਧਾ ਜਿਹੜੀ ਹੈ, ਇਹ ਥੋੜੀ ਬਹੁਤੀ ਘੱਟ ਸਕਦੀ ਹੈ ਕੌਮ ਦੇ ਵਿੱਚ, ਜਿਹੜੀ ਖਾਸ ਤੌਰ ਤੇ ਜਾਣ ਬੁੱਝ ਕੇ ਖਾਣਾ ਜੰਗੀ ਪੈਦਾ ਕੀਤੀ ਜਾਂਦੀ ਹੈ। ਇਹ ਜਥੇਦਾਰ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਵੀ ਇਹਦੇ ਲਈ ਜ਼ਿੰਮੇਵਾਰ ਪੰਜਾਬ ਸਰਕਾਰ ਹੋਏਗੀ ਜਾਂ ਸ਼੍ਰੋਮਣੀ ਕਮੇਟੀ ਜਿਹੜੀ ਹੈ ਆਪਣੇ ਜ਼ਿੰਮੇਵਾਰੀਆਂ ਨਿਭਾਵੇ ਅਗਰ ਹਾਲਾਤ ਖਰਾਬ ਹੁੰਦੇ ਨੇ। ਦੇਖੋ ਗੱਲ ਸੁਣੋ, ਅਸੀਂ ਬੇਸ਼ੱਕ ਦਲ ਖਾਲਸਾ ਵੱਲੋਂ ਉਹ ਸਰਬੱਤ ਖਾਲਸਾ ਦੇ ਚੁਣੇ ਹੋਏ ਜਥੇਦਾਰਾਂ ਨੂੰ ਇਸ ਵਾਸਤੇ ਮਤਲਬ ਕਿ ਪੂਰੀ ਤਰ੍ਹਾਂ ਮਾਨਤਾ ਨਹੀਂ ਦਿੰਦੇ। ਸਾਡੀ ਦਲ ਖਾਲਸਾ ਦੀ
ਤੇ ਉਹ ਜਿਹੜੀ ਕੌਮ ਦੀ ਇਹ ਸੋਚ ਰਹੀ ਹੈ ਵੀ ਜਥੇਦਾਰ ਜਿਹੜਾ ਅਕਾਲ ਤਖਤ ਸਾਹਿਬ ਦਾ ਇਹਦੇ ਲਈ ਬਕਾਇਦਾ ਤੌਰ ਤੇ ਇੱਕ ਵਿਧੀ ਵਿਧਾਨ ਬਣਾਇਆ ਜਾਵੇ ਜੀ ਵੀ ਜਥੇਦਾਰ ਦੀ ਲਿਆਕਤ ਕੀ ਹੋਵੇ, ਜਥੇਦਾਰ ਕਿਵੇਂ ਮਤਲਬ ਕੌਣ ਤੈਨਾਤ ਹੋਵੇ, ਜਥੇਦਾਰ ਦੀ ਜ਼ਿੰਮੇਵਾਰੀਆਂ ਕੀ ਹੋਣ, ਇਹਨੂੰ ਕਿਵੇਂ ਹਟਾਇਆ ਜਾਵੇ। ਇਹ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਨਾ ਹੋਵੇ, ਸਮੁੱਚੇ ਕੌਮ ਦਾ ਨੁਮਾਇੰਦਾ ਹੋਵੇ ਤੇ ਇਹਨੂੰ ਪੂਰਨ ਤੌਰ ਤੇ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ। ਇੱਕ ਬਕਾਇਦਾ ਤੌਰ ਤੇ ਪੰਥਕ ਵਿਦਵਾਨਾਂ ਦੀ, ਪੰਥਕ ਸੋਚ ਵਾਲੇ ਜਿਹੜੇ ਆਪਣਾ ਹੋਰ ਕੌਮੀ ਮਤਲਬ ਇੱਕ ਆਗੂਆਂ ਦੀ ਇੱਕ ਕਮੇਟੀ ਹੋਵੇ, ਉਹ ਜਿਹੜੇ ਪੰਥਕ ਮੁੱਦਿਆਂ ਤੇ ਵਿਚਾਰ ਕਰਕੇ ਜਿਹੜੇ ਆਪਣਾ ਸਾਹਮਣੇ ਰੱਖੇ। ਇੱਕ ਜਥੇਦਾਰ ਜਿਹੜਾ ਇੱਕ ਸਪੋਕਸਮੈਨ ਹੋਣਾ ਚਾਹੀਦਾ ਤੇ ਇਸ ਵਾਸਤੇ ਜਿਹੜਾ ਹੈ ਅਸੀਂ ਤਾਂ ਕਹਿੰਦੇ ਹਾਂ ਵੀ ਅੱਜ ਅਗਰ ਉਹ ਕੌਮ ਨੂੰ ਸੰਦੇਸ਼ ਦਿੰਦਾ ਹੈ ਤਾਂ ਕੋਈ ਅਰਥ ਨਹੀਂ। ਇਹਦਾ ਅਸੀਂ ਬਕਾਇਦਾ ਤੌਰ ਤੇ ਵਿਰੋਧ ਕਰਦੇ ਹਾਂ ਤੇ ਹਮੇਸ਼ਾ ਵਿਰੋਧ ਕਰਦੇ ਰਹਾਂਗੇ ਜਦ ਤੱਕ ਇਹ ਜਥੇਦਾਰ ਨੂੰ ਨਹੀਂ ਢਾਇਆ ਜਾਂਦਾ। ਇਹ ਦੋਸ਼ੀ ਹੈ, ਇਸ ਨੂੰ ਕੌਮ ਕਦੇ ਵੀ ਮਾਫ ਨਹੀਂ ਕਰ ਸਕਦੀ। ਜੀ ਸਤਨਾਮ ਸਿੰਘ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਹ ਜਿਹੜਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਉਹਨਾਂ ਦਾ ਤੁਸੀਂ ਵਿਰੋਧ ਕਰੋਗੇ ਤੇ ਸਿੱਖ ਕੌਮ ਵੱਲੋਂ ਵੀ ਪਿਛਲੇ ਸਮੇਂ ਦੇ ਵਿੱਚ ਜਿਹੜੀ ਕਾਫੀ ਵਿਰੋਧ ਦੀ ਲਾਈਨ ਹੈ ਉਹ ਦੇਖਣ ਨੂੰ ਮਿਲੀ ਹੈ, ਪਰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਬਾਦਲ ਦਲ ਦੀ ਅਧੀਨਗੀ ਦੇ ਥੱਲੇ ਉਹਨਾਂ ਨੇ ਗਿਆਨੀ ਗੁਰਬਚਨ ਸਿੰਘ ਨੂੰ ਅਹੁਦੇ ਤੋਂ ਹਟਾਉਣ ਦੀ ਥਾਂ ਤੇ ਉਹਨਾਂ ਨੂੰ ਉੱਥੇ ਹੀ ਰੱਖਿਆ ਹੋਇਆ ਤੇ ਉਸ ਤਰ੍ਹਾਂ ਹੀ ਜਿਹੜੀ ਸਥਿਤੀ ਹੈ ਉਹ ਬਣੀ ਹੋਈ ਹੈ। ਸੋ ਇਸ ਸਾਰੀ ਸਿਚੁਏਸ਼ਨ ਦੇ ਵਿੱਚ ਖਾਸ ਤੌਰ ਤੇ ਜਦੋਂ ਅਸੀਂ ਅੱਜ ਟਕਰਾਅ ਦੀ ਲਾਈਨ ਨੂੰ ਦੇਖਦੇ ਹਾਂ ਤਾਂ ਜਿਹੜਾ SGPC ਦਾ ਰੋਲ ਹੈ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ, ਉਹਦਾ ਮੁਲਾਂਕਣ ਕਿਵੇਂ ਕਰਦੇ ਹੋ, ਖਾਸ ਤੌਰ ਤੇ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਦਾ? ਕਿਰਪਾਲ ਸਿੰਘ ਬਡੂੰਗਰ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਵੀ ਪ੍ਰਧਾਨ ਹੋਵੇ, ਇਹਦਾ ਜਿਹੜਾ ਜਥੇਦਾਰ ਦਾ ਜਿਹੜਾ ਅਕਾਲ ਤਖਤ ਜਥੇਦਾਰ ਹੋਵੇ, ਇਹ ਸਾਰੇ ਹੀ ਮਤਲਬ ਕਿ ਨਾਲ ਲਿਖੇ ਲਿਫਾਫਿਆਂ ਚੋਂ ਨਿਕਲੇ ਹੋਏ ਜਿਹੜੇ ਨੇ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਦੇ, ਇਹ ਆਪਣੇ ਤੌਰ ਤੇ ਕੋਈ ਵੀ ਫੈਸਲਾ ਨਹੀਂ ਲੈ ਸਕਦੇ। ਅਸੀਂ ਮਤਲਬ ਕਿ ਬੜੀ ਸਪਸ਼ਟ ਗੱਲ ਕਰ ਦੇਣਾ ਮੈਂ ਚਾਹੁੰਦਾ ਵੀ ਜਿਹੜਾ ਵੀ ਮਤਲਬ ਕਿ ਫੈਸਲਾ ਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਦੇਖੋ ਜਿਸ ਵੇਲੇ ਜਥੇਦਾਰਾਂ ਨੇ ਸਿੱਖੇ ਵਾਲੇ ਸਾਧ ਨੂੰ ਮਾਫ ਕੀਤਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਗਜ਼ੈਕਟਿਵ ਨੇ ਤੇ ਜਨਰਲ ਅਜਲਾਸ ਨੇ ਜਿਹਦੀ ਹਮਾਇਤ ਕੀਤੀ। ਫਿਰ ਇਹਨਾਂ ਨੂੰ ਸ਼ਰਮ ਨਾ ਆਈ, ਇਹਨਾਂ ਨੇ 98 ਲੱਖ ਦੇ ਜਿਹੜੇ ਅਖਬਾਰਾਂ ਚ ਇਸ਼ਤਿਹਾਰ ਦਿੱਤੇ ਇਹਦੇ ਹੱਕ ਦੇ ਵਿੱਚ, ਤੇ ਇਹਦੀ ਜਿਹੜੀ ਹੈ ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਨੇ ਵੀ ਇਹਦੀ ਹਮਾਇਤ ਕੀਤੀ ਸੀ। ਅਸੀਂ ਗੱਲ ਕਹਿੰਦੇ ਹਾਂ ਵੀ ਇਹ ਸਾਰੀ ਕੁਝ ਸਾਲਸੀ ਜਿਹੜੀ ਹੈ ਇਹ RSS ਦੇ ਪ੍ਰਭਾਵ ਥੱਲੇ ਚੱਲਦੀ ਹੈ। RSS ਜਿਵੇਂ ਇਹਨਾਂ ਨੂੰ ਕਹਿੰਦੀ ਹੈ ਬਾਦਲ ਦਲ ਨੂੰ ਉਹ ਜਿਹੜਾ ਜਥੇਦਾਰ ਜਿਹੜਾ ਉਹ ਅਕਾਲ ਤਖਤ ਨੂੰ, ਦੇਖੋ ਇਹ ਜਿਹੜਾ ਹੈਗਾ ਸਾਬਕਾ ਜਥੇਦਾਰ ਜਿਹੜਾ ਦਮਦਮਾ ਸਾਹਿਬ ਵਾਲਾ, ਉਹਨੇ ਸਾਰੀ ਕੁਝ ਜਿਹੜੀ ਹੈ ਪੋਲ ਖੋਲੀ ਹੈ ਵੀ ਕਿਸ ਤਰ੍ਹਾਂ ਬਾਦਲ ਨੇ, ਪ੍ਰਤਾਪ ਸਿੰਘ ਬਾਦਲ ਨੇ, ਸੁਖਬੀਰ ਸਿੰਘ ਬਾਦਲ ਨੇ ਆਪਣੀ ਕੋਠੀ ਚ ਬੁਲਾਇਆ, ਉਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਮਾਫ ਕਰਨਾ ਆ। ਇਹ ਚੀਜ਼ਾਂ ਜਿਹੜੀਆਂ ਨੇ ਸਾਡੇ ਸਾਹਮਣੇ ਕੌਮ ਦੇ ਸਾਹਮਣੇ ਸਪਸ਼ਟ ਹੋ ਚੁੱਕੀਆਂ ਨੇ। ਕੌਮ ਘਾਤਕ ਜਿਹੜੇ ਨੇ ਬਾਦਲ ਦਲ, ਕੌਮ ਘਾਤਕ ਜਿਹੜੀ ਹੈ ਸਿੱਖ ਸਿਧਾਂਤਾਂ ਦੀ ਜਿਹੜੀ ਹੈ ਇਹ ਕਰ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇਹਨਾਂ ਕੋਲ ਕੋਈ ਹੱਥ ਨਹੀਂ ਲੱਗੀ ਜਾ ਸਕਦੀ ਜਦ ਤੱਕ ਇੱਥੇ ਪੰਥ ਪ੍ਰਵਾਨਿਤ ਸਿੱਖ ਸਿਧਾਂਤਾਂ ਦੇ ਪਰਨਾਏ ਹੋਏ ਕੌਮ ਦੇ ਆਗੂ ਜਿਹੜੇ ਨੇ, ਪੰਥ ਪ੍ਰਸਤ ਜਿਹੜੇ ਸਿੱਖ ਨੇ, ਜਦ ਤੱਕ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਕਬਜ਼ੇ 'ਚ ਨਹੀਂ ਆਉਂਦੀ, ਇਹਨਾਂ ਤੋਂ ਆਸ ਨਹੀਂ ਰੱਖੀ ਜਾ ਸਕਦੀ। ਇਹ ਜਾਣ ਬੁੱਝ ਕੇ ਖਾਨਾ ਜੰਗੀ ਪੈਦਾ ਕਰਦੇ ਨੇ ਅਤੇ ਹਾਲਾਤ ਪੈਦਾ ਕਰਦੇ ਨੇ। ਉਸ ਦਿਨ ਵੀ ਜਿਹੜਾ ਹਾਲਾਤ ਬਣੇ ਸੀ ਜਿਨ੍ਹਾਂ ਨੂੰ ਮਿਲ ਕੇ ਬੇਸ਼ੱਕ ਜਿਹੜੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਿਹੜੇ ਜਥੇਦਾਰ ਨੇ ਉਹਨਾਂ ਨੂੰ ਮਿਲ ਕੇ ਇਸ ਕਿਸਮ ਦਾ ਸੇਵਾ ਲਾਈ ਸੀ, ਉਹਨਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ। ਇਹ ਬੜੀ ਮਾੜੀ ਗੱਲ ਸੀਗੀ। ਇਸ ਵਾਸਤੇ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਆ ਹੁਣ ਮੌਜੂਦਾ ਖਾਨਾ ਜੰਗੀ ਨੂੰ ਰੋਕਣ ਵਾਸਤੇ ਜਥੇਦਾਰ ਗੁਰਬਚਨ ਸਿੰਘ ਨੂੰ ਬਕਾਇਦਾ ਤੌਰ ਤੇ ਇਹਦਾ ਚਾਹੀਦਾ ਸੀਗਾ ਵੀ 2-4 ਦਿਨ ਪਹਿਲੇ ਹੀ ਫਾਰਗ ਕਰ ਦੇਣਾ ਚਾਹੀਦਾ ਸੀ। ਅਸੀਂ ਇਹ ਵੇਲੇ ਮਿਲ ਕੇ ਸਾਨੂੰ ਪਤਾ ਲੱਗਾ ਸੀ ਵੀ ਇਹ ਫਾਰਗ ਕਰਨ ਲੱਗੇ ਸਨ। ਜਿਹੜਾ ਜਾਣ ਬੁੱਝ ਕੇ ਇਸ ਨੂੰ ਮਿਲ ਕੇ ਨਾ RSS ਨਹੀਂ ਚਾਹੁੰਦੀ ਹੈ, ਸੁਖਬੀਰ ਸਿੰਘ ਬਾਦਲ ਨਹੀਂ ਚਾਹੁੰਦਾ ਵੀ ਇਸ ਨੂੰ ਮਿਲ ਕੇ ਨਾ ਜਥੇਦਾਰ ਨੂੰ ਬਦਲਿਆ ਜਾਵੇ। ਹਾਲੇ ਅਸੀਂ ਤਾਂ ਚਾਹੁੰਦੇ ਸੀ ਕਦੇ ਹੋ ਸਕਦਾ ਵੀ ਆਉਣ ਵਾਲੇ ਵਕਤ ਤੇ ਬਦਲਣ, ਪਰ ਜਿਹੜਾ ਵੀ ਆਵੇਗਾ ਜਥੇਦਾਰ ਉਹ ਮਿਲ ਕੇ ਬਕਾਇਦਾ 2 ਦਿਨਾਂ ਦੀ ਕਠਪੁਤਲੀ ਹੁੰਦਾ। ਗੱਲ ਬੜੀ ਸਪਸ਼ਟ ਹੈ। ਅਸੀਂ ਚਾਹੁੰਦੇ ਹਾਂ ਅਕਾਲ ਤਖਤ ਸਾਹਿਬ ਦੀ ਆਜ਼ਾਦ ਹਸਤੀ ਨੂੰ ਬਰਕਰਾਰ
ਰੱਖਣ ਦੇ ਲਈ ਜਿਹੜਾ ਹੈ ਖਾਲਸਾ ਪੰਥ ਜਿਹੜਾ ਹੈ ਇਹ ਜਦੋਜਹਿਦ ਕਰ ਰਿਹਾ ਹੈ। ਇਹ ਚਾਹੁੰਦਾ ਕਿ ਅਕਾਲ ਤਖਤ ਸਾਹਿਬ ਕਿਸੇ ਪੋਲੀਟੀਕਲ ਧਿਰ ਦਾ ਇੱਕ ਪਰਿਵਾਰ ਦਾ ਗੁਲਾਮ ਨਾ ਰਹੇ, ਇਹ ਸਮੁੱਚੀ ਕੌਮ ਦੀ ਆਵਾਜ਼ ਬਣੇ। ਅਣਖ ਤੇ ਗੈਰਤ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇੱਕ ਪ੍ਰਤੀਕ ਬਣਾਇਆ ਸੀ। ਇੱਥੇ ਮਤਲਬ ਕਿ ਦਿੱਲੀ ਤਖਤ ਦੇ ਮੁਕਾਬਲੇ ਦੇ ਉੱਤੇ ਅਕਾਲ ਤਖਤ ਸਾਹਿਬ ਇੱਕ ਸੁਪਰੀਮ ਹੈ, ਇਹ ਮਤਲਬ ਕਿ ਦਿੱਲੀ ਤਖਤ ਦਾ ਗੁਲਾਮ ਬਣ ਕੇ ਰਹਿ ਗਿਆ ਜੀ। ਬਿਲਕੁਲ ਠੀਕ ਗੱਲ ਕਹੀ ਹੈ ਸਤਨਾਮ ਸਿੰਘ ਜੀ ਤੁਸੀਂ ਕਿ ਜੋ ਅੱਜ ਦੇ ਹਾਲਾਤ ਬਣੇ ਹੋਏ ਨੇ ਉਹ ਅਕਾਲ ਤਖਤ ਕਿਤੇ ਨਾ ਕਿਤੇ ਜਿਹੜੇ ਸਿਆਸੀ ਆਕਾ ਹੈਗੇ ਆ ਪੰਜਾਬ ਦੇ ਜਾਂ ਦਿੱਲੀ ਦੇ ਉਹਨਾਂ ਦਾ ਕੰਟਰੋਲ ਹੈ ਅਕਾਲ ਤਖਤ ਦੇ ਉੱਪਰ। ਪਰ ਜੇ ਅਸੀਂ ਇਹਦੇ ਸੋਲੂਸ਼ਨ ਦੀ ਗੱਲ ਕਰਦੇ ਹਾਂ, ਇਸ ਸਾਰੇ ਪਾਰਟ ਦੀ ਜਿਹੜੀਆਂ ਅਸੀਂ ਸਮੱਸਿਆਵਾਂ ਹੁਣ ਜਿਨ੍ਹਾਂ ਤੇ ਅਸੀਂ ਵਿਚਾਰ ਕਰ ਰਹੇ ਹਾਂ, ਤਾਂ ਇੱਕ ਸੋਲੂਸ਼ਨ ਦੇ ਤੌਰ ਤੇ ਜਦੋਂ ਅਸੀਂ ਦੇਖਦੇ ਹਾਂ ਆਜ਼ਾਦ ਹਸਤੀ ਦੀ ਤੁਸੀਂ ਅਕਾਲ ਤਖਤ ਦੀ ਗੱਲ ਕੀਤੀ ਹੈ, ਤਾਂ ਜਦੋਂ ਵੀ ਕਿਤੇ ਉੱਦਾਂ ਦੀ ਆਵਾਜ਼ ਉੱਭਰ ਕੇ ਸਾਹਮਣੇ ਆਉਂਦੀ ਹੈ ਤਾਂ ਭਾਰਤ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਮਾਹੌਲ ਖਰਾਬ ਹੋਣ ਦੀ ਗੱਲ ਲਿਆ ਕੇ ਸਾਹਮਣੇ ਪੇਸ਼ ਕਰ ਦਿੱਤੀ ਜਾਂਦੀ ਹੈ ਵੀ ਜੀ ਇਹ ਸਿੱਖ ਹਿੰਦੂ ਏਕਤਾ ਨੂੰ ਖਤਰੇ ਦੀ ਗੱਲ ਹੈ। ਤੇ ਨਾਲ ਹੀ ਜਦੋਂ ਅਸੀਂ ਆਜ਼ਾਦ ਹਸਤੀ ਦੀ ਗੱਲ ਕਰਦੇ ਹਾਂ ਤਾਂ ਫਿਰ ਦਿੱਲੀ ਤਖਤ ਦੇ ਬਰਾਬਰ ਅਕਾਲ ਤਖਤ ਦੀ ਜਿਹੜੀ ਹੋਂਦ ਹੈ ਉਹਨੂੰ ਕਿਤੇ ਨਾ ਕਿਤੇ ਮੀਡੀਆ ਵੱਲੋਂ ਵੀ ਦਰਕਿਨਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਹਦੇ ਤੇ ਸਵਾਲੀਆ ਚਿੰਨ੍ਹ ਲਾਇਆ ਜਾਂਦਾ ਹੈ। ਸੋ ਗਰਾਊਂਡ ਲੈਵਲ ਦੇ ਉੱਤੇ ਜਦੋਂ ਅਸੀਂ ਪ੍ਰੈਕਟੀਕਲੀ ਦੇਖਦੇ ਹਾਂ ਤਾਂ ਇਹਦਾ ਜਿਹੜਾ ਹੱਲ ਹੈ ਉਹ ਕੀ ਹੈ, ਕਿਵੇਂ ਅਕਾਲ ਤਖਤ ਦੀ ਜਿਹੜੀ ਆਜ਼ਾਦ ਹਸਤੀ ਹੈ ਉਹ ਬਹਾਲ ਕੀਤੀ ਜਾ ਸਕਦੀ ਹੈ, ਇਸ ਬਾਰੇ ਤੁਸੀਂ ਕੀ ਸਮਝਦੇ ਹੋ? ਇਸ ਤਰ੍ਹਾਂ ਹੈ ਇਹ ਜਿਹੜੀ ਅਕਾਲ ਤਖਤ ਸਾਹਿਬ ਦੀ ਜਿਹੜੀ ਆਜ਼ਾਦ ਹਸਤੀ ਹੈ, ਮੈਂ ਅਗਰ ਕਹਾਂਗਾ ਵੀ ਜਿਸ ਵੇਲੇ ਪਹਿਲੇ ਵੀ ਸਰਬਤ ਖਾਲਸਾ ਜਿਹੜਾ ਹੋਇਆ ਸੀ 2 ਸਾਲ ਪਹਿਲੇ, ਸਾਡੀ ਮਤਲਬ ਕਿ ਦਲ ਖਾਲਸਾ ਦੀ ਤੇ ਕਈ ਹੋਰ ਮਤਲਬ ਪੱਤਰ ਜਥੇਬੰਦੀਆਂ ਦੀ ਰਾਏ ਸੀ ਵੀ ਇਸ ਵੇਲੇ ਇਸ ਨੂੰ ਸਰਬਤ ਖਾਲਸਾ ਦਾ ਇਕੱਠ ਨਾ ਬੁਲਾਇਆ ਜਾਵੇ, ਉਸ ਵੇਲੇ ਨੂੰ ਵਰਲਡ ਸਿੱਖ ਕਨਵੈਨਸ਼ਨ ਜਿਹੜੀ ਹੈ ਇਹਦਾ ਨਾਂ ਦਿੱਤਾ ਜਾਵੇ। ਵਰਲਡ ਸਿੱਖ ਕਨਵੈਨਸ਼ਨ ਦੇ ਵਿੱਚ ਇਹ ਐਲਾਨ ਕੀਤਾ ਜਾਵੇ ਆਉਣ ਵਾਲੇ 6 ਮਹੀਨਿਆਂ ਸਾਲ ਦੇ ਵਿੱਚ ਸਰਬਤ ਖਾਲਸਾ ਜਿਹੜਾ ਬਣਾਇਆ ਜਾਵੇਗਾ। ਹੁਣ ਜਿਹੜੀ ਉੱਠ ਰਹੀ ਹੈ ਗੱਲ ਇੱਕ ਵਰਲਡ ਸਿੱਖ ਪਾਰਲੀਮੈਂਟ ਦੀ ਜੀ, ਅਸੀਂ ਗੱਲ ਕਹਿੰਦੇ ਹਾਂ ਇਸ ਤਰ੍ਹਾਂ ਦੀ ਵਰਲਡ ਸਿੱਖ ਪਾਰਲੀਮੈਂਟ ਦੀ ਗੱਲ ਤੁਰ ਰਹੀ ਹੈ ਤੇ ਅਸੀਂ ਇਹੀ ਚਾਹੁੰਦੇ ਸੀਗੇ ਵੀ ਜਿਹੜਾ ਸਰਬਤ ਖਾਲਸਾ ਇੱਕ ਪਰਮਾਨੈਂਟ ਜਿਹੜਾ ਹੈ ਇੱਕ ਬਕਾਇਦਾ ਤੌਰ ਤੇ ਇੱਕ ਸੰਸਥਾ ਜਿਹੜੀ ਬਣਾਈ ਜਾਵੇ। ਉਹ ਸਰਬਤ ਖਾਲਸਾ ਜਿਹੜਾ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਉਸੇ ਪੈਟਰਨ ਦੇ ਉੱਤੇ ਉਹਦੀ ਇਲੈਕਸ਼ਨ ਹੁੰਦੀ ਹੈ ਜਿਵੇਂ MLA ਤੇ MP ਦੀ ਹੁੰਦੀ ਹੈ। ਉਹਦੇ ਵਿੱਚ ਸਾਰੇ ਹੀ ਜਿਹੜੇ ਨੇ ਪੋਲੀਟੀਕਲ ਬੰਦੇ ਆਉਂਦੇ ਨੇ ਤੇ ਕੋਈ ਸ਼ਰਾਬਾਂ ਵੰਡੀਆਂ ਜਾਂਦੀਆਂ ਨੇ, ਨਸ਼ੇ ਵੰਡੇ ਜਾਂਦੇ ਨੇ, ਕਰਪਸ਼ਨ ਹੁੰਦੀ ਆ, ਸਾਰਾ ਕੁਝ ਹੁੰਦਾ। ਉਹਦੇ ਵਿੱਚ ਕੋਈ ਵੀ ਸਿਲੈਕਟਡ ਜਾਂ ਧਾਰਮਿਕ ਬੰਦਾ ਚੁਣਿਆ ਨਹੀਂ ਜਾਂਦਾ ਤੇ ਪੋਲੀਟੀਕਲ ਪਾਰਟੀ ਹੀ ਉਹਦੇ ਤੇ ਆਪਣੇ ਕੈਂਡੀਡੇਟ ਖੜੇ ਕਰਦੀ ਆ। ਇਸ ਵਾਸਤੇ ਜਿਹੜਾ ਜਦ ਤੱਕ ਇਹ ਸਿਸਟਮ ਜਿਹੜਾ ਚੇਂਜ ਨਹੀਂ ਹੋਵੇਗਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਵਿੱਚ ਸਿੱਖ ਸਿਧਾਂਤਾਂ ਦੇ ਵਿੱਚ ਇਲੈਕਸ਼ਨ ਦੀ ਕੋਈ ਵੀ ਪਰੰਪਰਾ ਨਹੀਂ ਹੈ, ਸਿਲੈਕਸ਼ਨ ਦੀ ਹੈ। ਇਹਦੇ ਵਿੱਚ ਅਮੈਂਡਮੈਂਟ ਹੋਣੀ ਚਾਹੀਦੀ ਹੈ ਵੀ ਜਿਹੜੀ ਹੈ ਕੈਂਡੀਡੇਟ ਜਿਹੜੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਕਿ ਇਹਦੇ ਅਮੈਂਡਮੈਂਟ ਹੋ ਕੇ ਹੁਣ ਦੇਖੋ ਸਾਰਾ ਕੁਝ ਪਾਰਲੀਮੈਂਟ ਦੇ ਕੋਲ ਇਖਤਿਆਰ ਨੇ। ਅੰਗਰੇਜ਼ਾਂ ਨੇ ਵੀ ਆਪਣੇ ਕੋਲ ਇਖਤਿਆਰ ਰੱਖੇ ਸੀਗੇ ਜੀ ਤਾਂ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਗੁਲਾਮ ਬਣ ਕੇ ਰਹੇ, ਸਾਡੇ ਅਧਿਕਾਰ 'ਚ ਰਹੇ। ਇਹ ਆਜ਼ਾਦ ਸੰਸਥਾ ਤਾਂ ਹੈ ਹੀ ਨਹੀਂ ਤੇ ਇਸ ਵਾਸਤੇ ਜਿਹੜਾ ਹੈ ਅਸੀਂ ਕਹਿੰਦੇ ਹਾਂ ਵੀ ਐਸਾ ਮਤਲਬ ਕਿ ਸੰਸਥਾ ਬਣੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜੀ ਕਿ ਆਉਣ ਵਾਲੇ ਵਕਤ ਵਿੱਚ ਚਾਹੇ ਉਹ 6 ਮਹੀਨੇ ਬਾਅਦ ਹੋਵੇ, ਸਾਲ ਬਾਅਦ ਹੋਵੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਇਹ ਜਿਹੜੇ ਬਾਦਲ ਜੁੰਡਲੀ ਜਿਹੜੀ RSS ਦੀ ਹੱਥ ਠੋਕੀ ਹੈ, ਜਿਨ੍ਹਾਂ ਨੇ ਪਿਛਲੇ 20-25 ਸਾਲਾਂ ਦੇ ਵਿੱਚ ਘਾਣ ਕੀਤਾ ਪਰੰਪਰਾਵਾਂ ਤੇ ਪਰੰਪਰਾਵਾਂ ਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਬੜੀ ਕੁਰਬਾਨੀਆਂ ਦੇ ਨਾਲ ਬਣਾਈ ਗਈ ਸੀ 1920 ਦੇ ਵਿੱਚ ਤੇ 1925 ਦੇ ਵਿੱਚ ਕੰਸਟੀਟਿਊਸ਼ਨ ਤੌਰ ਤੇ ਬਣੀ ਤੇ ਗੁਰਦੁਆਰੇ ਜਿਹੜੇ ਮਹੰਤਾਂ ਕੋਲੋਂ ਆਜ਼ਾਦ ਕਰਾਏ ਗਏ ਸੀ ਜਿਹੜੇ ਕਿ ਆਪ ਗੁਜ਼ਰੀਆਂ ਕਰਦੇ ਸੀ, ਸਿੱਖ ਸਿਧਾਂਤਾਂ ਦਾ ਘਾਣ ਕਰਦੇ ਸੀ। ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ, ਭਾਈ ਜੇਤੋ ਦਾ ਸਾਕਾ ਵਾਪਰਿਆ, ਗੁਰੂ ਕੇ ਬਾਗ ਦਾ ਸਾਕਾ ਵਾਪਰਿਆ, ਹੋਰ ਕਈ ਸਾਕੇ ਵਾਪਰੇ ਤੇ ਇਹਨਾਂ ਕੋਲੋਂ ਆਜ਼ਾਦ ਕਰਾਇਆ। ਹੁਣ ਜਿਹੜੇ ਨੇ ਬਕਾਇਦਾ ਤੌਰ ਤੇ ਸਿਆਸੀ ਜਿਹੜੇ ਨੇ ਇੱਕ ਪਰਿਵਾਰ ਜਿਹੜਾ ਇਹਦੇ ਤੇ ਕਾਬਜ਼ ਹੋ ਗਿਆ। ਇਹਨਾਂ ਕੋਲੋਂ ਜਦ ਤੱਕ ਇਹ ਗੁਰਦੁਆਰੇ ਆਜ਼ਾਦ ਨਹੀਂ ਕਰਾਏ ਜਾਂਦੇ ਤੇ ਅਕਾਲ ਤਖਤ ਸਾਹਿਬ ਦੀ ਆਜ਼ਾਦ ਹਸਤੀ ਕਾਇਮ ਨਹੀਂ ਹੋ ਸਕਦੀ। ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਸਿੱਖ ਕੌਮ ਨੂੰ ਸਮਝਣੀ ਪਏਗੀ। ਇਹ ਵਰਲਡ ਪੱਧਰ ਦੇ ਉੱਤੇ ਇੱਕ ਅੰਤਰਰਾਸ਼ਟਰੀ ਸੰਸਥਾ ਜਿਹੜੀ ਹੈ ਜਿਹੜੇ ਸਿੱਖ ਸਿਧਾਂਤਾਂ ਨੂੰ ਪਰਨਾਏ ਹੋਏ ਸਿੱਖ ਨੇ ਇਹ ਬਕਾਇਦਾ
ਬਕਾਇਦਾ ਤੌਰ ਤੇ ਆਪਣੀ ਨਿੱਜੀ ਹਉਮੈ ਨੂੰ ਮਾਰ ਕੇ ਆਪਣੀ ਮਤਲਬ ਕਿ ਇੱਕ ਜਿਹੜੀ ਹੈ ਇੱਕ ਸੋਚ ਨੂੰ ਅੰਤਕ ਸੋਚ ਜਿਹੜੀ ਕਿ ਪਹਿਲੇ ਸੀ 18ਵੀਂ ਸਦੀ ਦੇ ਵਿੱਚ ਗੁਰੂ ਸਾਹਿਬਾਂ ਵੇਲੇ ਵੀ ਸਿੱਖ ਸਿਧਾਂਤਾਂ ਦੇ ਪਹਿਰਾ ਦਿੰਦਿਆਂ ਹੋਇਆਂ ਆਪਣੀ ਜਿਸ ਤਰ੍ਹਾਂ ਕਿ ਨਵਾਬ ਕਪੂਰ ਸਿੰਘ ਨੂੰ ਕਿਹਾ ਸੀ ਵੀ ਤੁਸੀਂ ਨਵਾਬੀ ਲੈ ਲਓ, ਉਹਨੇ ਕਿਹਾ ਮੈਂ ਨਵਾਬੀ ਨਹੀਂ ਲੈਣੀ ਜੀ। ਅਗਰ ਮੈਂ ਕਿਹਾ ਪੰਥ ਨੇ ਫੈਸਲਾ ਕੀਤਾ ਤੁਸੀਂ ਨਵਾਬੀ ਜ਼ਰੂਰ ਲੈਣੀ ਪਏਗੀ, ਉਹਨੇ ਕਿਹਾ ਵੀ ਮੈਂ ਸੇਵਾ ਜਿਹੜੀ ਹੈ ਘੋੜਿਆਂ ਦੀ ਲਿੱਜ ਜਿਹੜੀ ਹੈ ਉਹ ਸਾਫ਼ ਕਰਦਾ ਰਹਾਂਗਾ ਤੇ ਮੈਨੂੰ ਸੇਵਾ ਦੀ ਭਾਵਨਾ ਇੱਕ ਨਿਮਰਤਾ ਦੀ ਭਾਵਨਾ ਇਹ ਚੀਜ਼ਾਂ ਜਦ ਤੱਕ ਸਾਡੇ ਸਿੱਖਾਂ ਦੇ ਆਗੂਆਂ ਦੇ ਵਿੱਚ ਪੈਦਾ ਨਹੀਂ ਹੁੰਦੀ ਪੰਥਕ ਏਕਤਾ ਕਰਕੇ ਇਸ RSS ਜਿਹੜੀ ਠੋਕੀ ਜਿਹੜੀ ਹੈ ਸਿੱਖ ਸਿਧਾਂਤਾਂ ਦਾ ਘਾਣ ਕਰਨ ਵਾਲੀ ਜਥੇਬੰਦੀ ਹੈ ਇਹਨੂੰ ਨੀਹਾਂ ਢਾਂਦੇ ਅਕਾਲ ਤਖ਼ਤ ਸਾਹਿਬ ਦੀ ਸੁਪਰਮੇਸੀ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇਸੇ ਵਾਸਤੇ ਬਣਾਈ ਸੀ ਵੀ ਜਿਹੜਾ ਦਿੱਲੀ ਤੱਕ ਤੋਂ ਚੈਲੰਜ ਕੀਤਾ ਸੀ ਮੇਰੀ ਤੇ ਤੇਰੀ ਦਾ ਸਿਧਾਂਤ ਦਿੱਤਾ ਸੀ ਪਹਿਲਾ ਹੁਕਮਨਾਮਾ ਜਾਰੀ ਕੀਤਾ ਸੀ ਜਿਹੜੇ ਮੇਰੇ ਦਰਸ਼ਨ ਕਰਨ ਲਈ ਆਊਗਾ ਉਹ ਬਕਾਇਦਾ ਤੌਰ ਤੇ ਚੰਗੇ ਹਥਿਆਰ ਚੰਗੇ ਘੋੜੇ ਚੰਗੇ ਨੌਜਵਾਨ ਆਉਣ ਤਾਂ ਕਿ ਅਸੀਂ ਆਉਣ ਵਾਲੇ ਵਕਤ ਵਿੱਚ ਗੁਰੂ ਅਰਜਨ ਦੇਵ ਦੀ ਸ਼ਹਾਦਤ ਤੋਂ ਬਾਅਦ ਇੱਕ ਐਸੀ ਬਣ ਕੇ ਸਿੱਖ ਕੌਮ ਦੇ ਵਿੱਚ ਜੰਗਜੂ ਸਿੱਖ ਪੈਦਾ ਕਰੀਏ। ਢਾਡੀ ਪਰੰਪਰਾ ਸ਼ੁਰੂ ਕੀਤੀ ਉਹਨਾਂ ਨੇ। ਅਸੀਂ ਕਹਿੰਦੇ ਹਾਂ ਵੀ ਇਹ ਜਿਹੜੀ ਚੀਜ਼ ਹੈ ਇਹ ਜਦ ਤੱਕ ਨਹੀਂ ਪੈਦਾ ਹੁੰਦੀ ਆਪਸੀ ਏਕਤਾ ਆਪਸੀ ਵਾਦ ਵਿਵਾਦ ਨੂੰ ਖਤਮ ਕਰਕੇ ਇੱਕ ਅੰਤਰਰਾਸ਼ਟਰੀ ਸੰਸਥਾ ਨੂੰ ਕਾਇਮ ਕਰਕੇ ਇਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਪੰਜਾਬ ਦੇ ਕੁਝ ਲੋਕਾਂ ਦੇ ਜਿਹੜੇ ਭ੍ਰਿਸ਼ਟ ਲੋਕ ਨੇ ਸਿਆਸਤ ਤੋਂ ਪ੍ਰੇਰਿਤ ਨੇ ਸਿਆਸੀ ਵਫਾਦਾਰੀਆਂ ਦੇ ਨਾਲ ਜੁੜੇ ਜਾਂਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਉਹ ਨਾ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਨੇ ਜਿਵੇਂ ਆਕਾਵਾ ਕਹਿੰਦੇ ਨੇ ਜਥੇਦਾਰ ਕੋਈ ਤਨਖਾਹਦਾਰ ਨਹੀਂ ਹੋਣਾ ਚਾਹੀਦਾ ਜਥੇਦਾਰ ਕਿਸੇ ਦਾ ਮੁਲਾਜ਼ਮ ਨਹੀਂ ਹੋਣਾ ਚਾਹੀਦਾ ਮੌਜੂਦਾ ਜਥੇਦਾਰ ਜਿਹੜੇ ਨੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੇ ਤੇ ਜਦ ਤੋਂ ਇਹ ਪਰੰਪਰਾ ਸ਼ੁਰੂ ਹੋਈ ਹੈ ਰਣਜੀਤ ਸਿੰਘ ਤੋਂ ਇਸ ਵੇਲੇ ਇਹ 1999 ਦੇ ਵਿੱਚ 300 ਸਾਲਾ ਮਿਲ ਕੇ ਮਨਾਇਆ ਜਾ ਰਿਹਾ ਸੀ ਖਾਲਸਾ ਪੰਥ ਦਾ ਅਨੰਦਪੁਰ ਸਾਹਿਬ ਉਸ ਵੇਲੇ ਵਾਦ ਵਿਵਾਦ ਪੈਦਾ ਹੋਇਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਕਾਰਨ ਉਸਨੇ ਕਿਹਾ ਸੀਗਾ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਉਹਦਾ ਰੱਖਣਾ ਚਾਹੀਦਾ ਜਾਂ ਪ੍ਰਧਾਨ ਦਾ ਜਾਂ CM ਦਾ ਜੀ ਤੇ ਉਸ ਵੇਲੇ ਉਹਨੇ ਉਹ ਵਾਦ ਪੈਦਾ ਹੋਣ ਨੂੰ ਖਤਮ ਕਰਨ ਦੇ ਲਈ ਰਣਜੀਤ ਸਿੰਘ ਨੇ ਕਿਹਾ ਸੀਗਾ ਵੀ ਇਹਨੂੰ 15 ਅਪ੍ਰੈਲ ਤੱਕ ਪਿੱਛੇ ਪਾਤਾ ਜਾਵੇ ਪਰ ਕੀ ਹੋਇਆ ਬਾਦਲ ਜੁੰਡਲੀ ਨੇ ਰਣਜੀਤ ਸਿੰਘ ਨੂੰ ਵੀ ਹਟਾ ਦਿੱਤਾ 13 ਅਪ੍ਰੈਲ ਤੋਂ ਪਹਿਲਾਂ ਗੁਰਦਿਆਲ ਸਿੰਘ ਟੋੜਾ ਨੂੰ ਵੀ ਹਟਾ ਦਿੱਤਾ ਇਹ ਪਰਿਵਾਰਿਕ ਜਿਹੜਾ ਕਬਜ਼ਾ ਹੋ ਗਿਆ ਉਹਦੇ ਤੇ ਬਕਾਇਦਾ ਤੌਰ ਤੇ RSS ਜਿਹੜੀ ਹੈ ਉਹ ਸਾਰੇ ਸਮਰਥਨ ਤੇ ਛਾ ਗਈ ਅਟਲ ਬਿਹਾਰੀ ਵਾਜਪਾਈ ਆ ਗਿਆ ਰਾਸ਼ਟਰੀ ਸਿੱਖ ਸੰਗਠਨ ਜਿਹੜੀ ਹੈ ਉਹਨਾਂ ਨੂੰ ਫੰਡ ਦੇ ਦਿੱਤੇ ਗਏ ਅਸੀਂ ਗੱਲ ਕਹਿੰਦੇ ਆ ਉੱਤੋਂ ਸਾਰੇ ਲਿਫਾਫੇ ਜਿਹੜੇ ਨੇ ਸ਼ੁਰੂ ਹੋਏ ਨੇ ਤੇ ਲਿਫਾਫਾ ਕਲਚਰ ਜਿਹੜਾ ਹੈ ਹਰ ਟੋਕਾ ਬਣ ਕੇ ਆਇਆ ਜੀ ਇਹ ਜਿਹੜੀ ਚੀਜ਼ ਜਿਹੜੀ ਹੈ ਅਸੀਂ ਹੁਣ ਉੱਥੋਂ ਹੀ ਘਾਣ ਸ਼ੁਰੂ ਹੋਇਆ ਸਾਰਾ ਕੁਝ ਇਹਦੀ ਆਜ਼ਾਦ ਹਸਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਇੱਕ ਪੰਥਕ ਜਥੇਬੰਦੀ ਜਿਹੜੀ ਹੈ ਇਹ ਬਾਦਲ ਜੁੰਡਲੀ ਦੇ ਅਲਟਰਨੇਟਿਵ ਇਹ ਮੈਂ ਅਪੀਲ ਕਰਦਾ ਮਤਲਬ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਵੀ ਇਹ ਜਿਹੜੇ ਨੇ ਕਈ ਵਾਰੀ ਅੜੀ ਕਰਦੇ ਨੇ ਇਹ ਆਪਣੀ ਅੜੀ ਨਾਲ ਕਿਸੇ ਦਾ ਸਮਝੌਤਾ ਨਹੀਂ ਕਰਦੇ ਇਹਨਾਂ ਦੇ ਵਿੱਚ ਵੀ ਨਿਮਰਤਾ ਹੋਣੀ ਚਾਹੀਦੀ ਹੈ ਨਾ ਇਹ ਜਦੋਂ ਲਟਕ ਪੱਕਾ ਹੋਣੀ ਚਾਹੀਦੀ ਹੈ ਜਦ ਤੱਕ ਇਹ ਮਤਲਬ ਕਿ ਆਪਣੀ ਹਉਮੈ ਨੂੰ ਨਹੀਂ ਛੱਡਣਗੇ ਇਹ ਕਈ ਵਾਰੀ ਮਤਲਬ ਕਿ ਏਕਤਾ ਕਰਨ ਦੇ ਵਿੱਚ ਰੁਕਾਵਟ ਪੈਦਾ ਕਰਦੇ ਨੇ ਉਸ ਵੇਲੇ ਵੀ ਜਿਸ ਵੇਲੇ ਸਰਬੱਤ ਖਾਲਸਾ 2 ਸਾਲ ਪਹਿਲੇ ਬਣਨ ਲੱਗਾ ਸੀ ਇਹਨਾਂ ਦੇ ਨਾਲ ਗੱਲ ਚੱਲੀ ਸੀ ਤੇ ਇਹਨਾਂ ਨੂੰ ਵੀ ਚਾਹੀਦਾ ਆ ਵੀ ਪੰਥ ਸਮੁੱਚੇ ਪੰਥ ਦੇ ਹਿੱਤਾਂ ਦੇ ਲਈ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸੁਤਾ ਨੂੰ ਕਾਇਮ ਕਰਨ ਦੇ ਲਈ ਆਪਸੀ ਕੋਆਪਰੇਸ਼ਨ ਜਿਹੜੀ ਹੈ ਪੰਥ ਦੇ ਵਿੱਚ ਏਕਤਾ ਦੀ ਭਾਵਨਾ ਤੇ ਸਿੱਖ ਸਿਧਾਂਤ ਜਿਹੜੇ ਨੇ ਉਹਨਾਂ ਨੇ ਸੱਚੇ ਪਾਤਸ਼ਾਹ ਨੇ ਸਾਨੂੰ ਦਿੱਤੇ ਨੇ ਆਪਣੇ ਵਿੱਚ ਨਿਰਭਰਤਾ ਲਿਆਈਏ ਕੌਮੀ ਜਿਹੜੀ ਹੈ ਇੱਕ ਸੋਚ ਪੈਦਾ ਕਰੀਏ ਅਸੀਂ ਆਜ਼ਾਦੀ ਦੀ ਗੱਲ ਕਰਦੇ ਹਾਂ ਅਕਾਲ ਤਖ਼ਤ ਸਾਹਿਬ ਤੋਂ ਇੱਕ ਅਣਖ ਤੇ ਗੈਰਤ ਦਾ ਪ੍ਰਤੀਕ ਹੈ ਸਾਡੀ ਬਲੇ ਕੇ ਸਿਆਸੀ ਸੋਚ ਦਾ ਪਹਿਰੇਦਾਰ ਹੈ ਸਾਡੀ ਬਲੇ ਕੇ ਕੌਮ ਦੀ ਮਤਲਬ ਕਿ ਅਗਵਾਈ ਕਰਨ ਦਾ ਇੱਕ ਸੈਂਟਰ ਹੈ ਜੀ ਇੱਥੇ ਜਿਹੜਾ ਜਥੇਦਾਰ ਬੈਠੇ ਉਹ ਮਤਲਬ ਕੌਮ ਦੇ ਹਿੱਤਾਂ ਨੂੰ ਪਰਲਾਇਆ ਹੋਇਆ ਹੋਵੇ ਸਾਡੀ ਸਮੁੱਚੇ ਵਰਗ ਦੀ ਜਿਹੜੀ ਹੈ ਸਿੱਖ ਕੌਮ ਦੀ ਨੁਮਾਇੰਦਗੀ ਕਰਦਾ ਹੋਵੇ ਤੇ ਜਿਹੜੇ ਧੜੇ ਨੇ ਮਤਲਬ ਕਿ ਇਹਨਾਂ ਨੂੰ ਵੀ ਚਾਹੀਦਾ ਆ ਆਪਸੀ ਪਿਆਰ ਵਾਤਾਵਰਨ ਬਣਾ ਕੇ ਆਪਸੀ ਕੋਆਪਰੇਸ਼ਨ ਦੇ ਨਾਲ ਇੱਕ ਅਲਟਰਨੇਟਿਵ ਪੈਦਾ ਕਰਕੇ ਉਹੋ ਜਿਹੇ ਉਮੀਦਵਾਰ ਉਹੋ ਜਿਹੀ ਸੰਸਥਾ ਕਾਇਮ ਕਰੀਏ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਇਮ ਕਰਕੇ ਇਹਨਾਂ ਨੂੰ ਇੱਕ ਇਹਨਾਂ ਦਾ ਕੇਂਦਰੀ
ਸੈਕਟਰੀਏਟ ਜਿਹੜਾ ਹੈ ਅਕਾਲ ਤਖਤ ਦਾ ਵੱਖਰਾ ਕਰਦੀ ਹੈ, ਇਹਨਾਂ ਦਾ ਫੰਡ ਜਿਹੜਾ ਹੈ ਸਿੱਖ ਕੌਮ ਵੱਖਰਾ ਦੇਵੇ, ਤੇ ਇਹ ਜਿਹੜੀ ਹੈ ਇਹਨਾਂ ਨੂੰ ਮਤਲਬ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨਾ ਹੋਣੇ, ਸਮੁੱਚੀ ਕੌਮ ਇਹਨਾਂ ਨੂੰ ਥਾਪੇ। ਇਹ ਜਿਹੜੀ ਚੀਜ਼ ਜਿਹੜੀ ਹੈ ਅਕਾਲ ਤਖਤ ਦਾ ਜਥੇਦਾਰ ਇਹ ਨਾ ਕਹੇ ਵੀ ਮੈਂ ਅਦਾਲਤ ਦਾ ਸੁਪਰੀਮ ਕੋਰਟ ਦਾ ਜਿਹੜਾ ਹੈ ਜਿਹਨੂੰ ਮਰਜ਼ੀ ਮਤਲਬ ਕਿ ਆਕਾਵਾਂ ਵੱਲੋਂ ਕਿਹਾ ਗਿਆ ਹੋਵੇ ਉਹਨੂੰ ਛੇਕ ਦਿਓ। ਜਿਹੜੇ ਨੇ ਹੁਣ ਬਿਲਕੁਲ ਬੀਬੀ ਜਗੀਰ ਕੌਰ ਨੂੰ ਮਤਲਬ ਕਿ ਇਹਨਾਂ ਕੁੜੀ ਮਾਰੀ ਹੈ, ਇਹਨੂੰ ਕਿਉਂ ਨਹੀਂ ਛੇਕਦੇ? ਇਹਨੂੰ ਦੋਸ਼ੀ ਕਰਾਰ ਦਿੱਤਾ ਅਦਾਲਤ ਵੱਲੋਂ, ਇਹਨੂੰ ਨਹੀਂ ਛੇਕਿਆ ਗਿਆ ਕਿਉਂਕਿ ਮਤਲਬ ਕਿ ਇਹ ਵਫਾਦਾਰ ਹੈ। ਹੁਣ ਇਹ ਕਹਿੰਦੀ ਹੈ ਵੀ ਇਹ ਸਬਰ ਖਾਲਸਾ ਨੂੰ ਥਾਪੇ ਕੇ ਜਥੇਦਾਰ ਮਾਰੇ ਨੇ। ਪੁੱਛਿਆ ਇਹਨਾਂ ਨੂੰ ਵੀ ਇਹ ਜਿਹੜੇ ਜਥੇਦਾਰ ਨੇ ਇਹਨਾਂ ਨੇ ਕਿਉਂ ਨਹੀਂ ਛੇਕਿਆ ਉਹਨੂੰ, ਉਹਨਾਂ ਨੂੰ ਕਿਉਂ ਛੇਕਿਆ ਜਿਹੜੇ ਮਤਲਬ ਕਿ ਗੱਲਾਂ ਕਰਦੇ ਨੇ ਘੱਲੂਘਾਰੇ ਦਾ ਪ੍ਰਧਾਨ ਹੈ। ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਸੋਚਣਾ ਚਾਹੀਦਾ, ਇਹਦੀ ਆਜ਼ਾਦ ਹਸਤੀ ਨੂੰ ਸਮੁੱਚਾ ਖਾਲਸਾ ਪੰਥ ਦੀ ਏਕਤਾ ਸਿਧਾਂਤਾਂ ਦੇ ਹੋਵੇਗੀ, ਏਕਤਾ ਜਿਹੜੀ ਕੌਮੀ ਚੜਾਕ ਨੇ ਦੁਨੀਆ ਭਰ ਦੇ ਸਟਰਕਚਰ ਬਣੇ, ਜਿਹੜਾ ਚਾਹੇ ਉਹਦਾ ਨਾਮ ਸ਼ਬਦ ਖਾਲਸਾ ਰੱਖਦੇ ਹੋ, ਚਾਹੇ ਉਹਦਾ ਨਾਮ ਵਨ ਸਿੱਖ ਪਾਰਲੀਮੈਂਟ ਰੱਖਦੇ ਹੋ, ਜਦ ਚਾਹੇ ਇਹ ਜਿਹੜੀ ਸ਼੍ਰੋਮਣੀ ਕਮੇਟੀ ਹੈ ਤੇ ਸਮੁੱਚੇ ਖਾਲਸਾ ਪੰਥ ਦੀ ਵੈਸੇ ਵੀ ਨੁਮਾਇੰਦਗੀ ਨਹੀਂ ਕਰਦੀ। ਵੈਸੇ ਇਹਦੇ ਸਾਰੇ ਪੁਲਿਸ ਹੁੰਦੇ ਨੇ, ਜਿਵੇਂ MLA ਦੇ ਪੈਟਰ ਦੇ ਉੱਤੇ ਇਹਦੀ ਇਲੈਕਸ਼ਨ ਹੁੰਦੀ ਸਾਰੀ। ਇਹ ਚੀਜ਼ਾਂ ਜਿਹੜੀਆਂ ਨੇ ਜਦ ਤੱਕ ਸਿਲੈਕਟਡ ਗੁਰੂ ਘਰ ਬਣਾਏ ਸਿੱਖ ਸਿਧਾਂਤਾਂ ਨੂੰ ਬਣਾਏ ਹੋਏ ਮੈਂਬਰ ਚੁਣੇ ਜਾਣ ਤੇ ਉਹ ਸਮੁੱਚਾ ਵਾਰਡ ਦੇ ਵਿੱਚੋਂ ਵੀ ਉਹਦੀ ਨੁਮਾਇੰਦਗੀ ਹੋਵੇ, ਬਕਾਇਦਾ ਤੌਰ ਤੇ ਇਹਦਾ ਜਿਹੜਾ ਨਾ ਦਾਇਰਾ ਵਧਾਇਆ ਜਾਵੇ। ਤੇ ਇਹ ਚੀਜ਼ਾਂ ਜਿਹੜੀਆਂ ਨੇ ਤਦ ਤੱਕ ਆਪਣਾ ਅਕਾਲ ਤਖਤ ਸਾਹਿਬ ਦੀ ਸੁਪਰਮੇਸੀ ਇਹ ਹੁਣ ਫੌਰਨ ਤੌਰ ਤੇ ਚਾਹੀਦਾ ਆ ਕਿ ਸਮੁੱਚੇ ਖਾਲਸਾ ਪੰਥ ਨੂੰ ਇਹ ਆਵਾਜ਼ ਆਉਣੀ ਚਾਹੀਦੀ ਹੈ। ਇਹ ਜਥੇਦਾਰ ਜਿਹੜੇ ਮੌਜੂਦਾ ਨੇ ਇਹਨਾਂ ਨੂੰ ਹਟਾਇਆ ਜਾਣਾ ਚਾਹੀਦਾ ਹੈ। ਦੋਸ਼ੀ ਨੇ ਪੰਥ ਦੇ, ਇਹ ਗੁਨਾਹਗਾਰ ਨੇ, ਇਹ ਮਤਲਬ ਕਿ ਹੱਥ ਠੋਕੇ ਨੇ, ਮਤਲਬ ਕਿ ਬਾਦਲ ਦਲ ਹੱਥ ਠੋਕਾ ਹੈ RSS ਦਾ। ਇਸ ਵਾਸਤੇ ਜਿਹੜਾ ਹੈ ਇਹ ਅੱਜ ਦਾ ਦਿੱਲੀ ਅੱਜ ਦੀਵਾਲੀ ਦੇ ਉੱਤੇ ਜਿਹੜਾ ਇਹਨਾਂ ਨੂੰ ਕੌਮ ਨੂੰ ਸੰਦੇਸ਼ ਦਿੰਦੇ ਨੇ, ਇਹਦਾ ਕੋਈ ਮਹਿਲਾ ਨਹੀਂ ਹੈਗਾ, ਕੋਈ ਅਰਥ ਨਹੀਂ ਹੈਗਾ। ਇਹਨਾਂ ਨੂੰ ਮਤਲਬ ਕਿ ਕੌਮ ਕਦੇ ਵੀ ਪ੍ਰਵਾਨ ਕਦੇ ਨਹੀਂ ਕੀਤਾ, ਅੱਜ ਤੋਂ 2 ਸਾਲ ਪਹਿਲੇ, ਇਹ ਹੁਣ ਵੀ ਨਹੀਂ ਕਰੇਗੀ। ਇਸ ਵਾਸਤੇ ਚਾਹੀਦਾ ਆ ਦੂਸਰੇ ਹਿੱਸਿਆਂ ਨੂੰ ਵੀ ਚਾਹੀਦਾ ਆ ਐਸਾ ਮਾਹੌਲ ਕ੍ਰੀਏਟ ਨਾ ਕਰਨ ਜਿਹਦੇ ਕਾਰਨ ਖਾਣਾ ਜੰਗੀ ਵਾਲੇ ਹਾਲਾਤ ਬਣਨ, ਸਰਕਾਰ ਨੂੰ ਦਖਲਅੰਦਾਜ਼ੀ ਕਰਨੀ ਪਵੇ ਤੇ ਕੌਮ ਦਾ ਜਿਹੜਾ ਮਜ਼ਾਕ ਜਿਹੜਾ ਹੈ ਤੇ ਸਾਡੇ ਆਪਸੀ ਟਕਰਾਅ ਦੇ ਕਾਰਨ ਬਣਦਾ ਸਮੁੱਚੇ ਖਾਲਸਾ ਪੰਥ ਸੰਗਤਾਂ ਦੇ ਵੀ ਮਾੜਾ ਕੀ ਜਾਂਦਾ। ਕਿਉਂਕਿ ਦੀਵਾਲੀ ਦੇ ਉੱਤੇ ਆਮ ਸ਼ਾਂਤਮਈ ਸੰਗਤਾਂ ਦੀਵਾਲੀ ਮਨਾਉਣ ਆਉਂਦੀਆਂ ਨੇ, ਅਗਰ ਕੋਈ ਐਸੀ ਘਟਨਾ ਵਾਪਰਦੀ ਹੈ ਸਾਰੀਆਂ ਜਿਹੜੀਆਂ ਸੰਗਤਾਂ ਦੇ ਵਿੱਚ ਇਹਦਾ ਅਕਸ ਮਾਰਾ ਜਾਂਦਾ। ਆਪਸੀ ਜਿਹੜੀ ਹੈ ਸ਼ਾਂਤਮਈ ਤਰੀਕੇ ਦੇ ਨਾਲ ਇਹ ਦੀਵਾਲੀ ਜਿਹੜੀ ਮਨਾਈ ਜਾਣੀ ਚਾਹੀਦੀ ਹੈ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਹੈ ਕਿ ਐਸੇ ਹਾਲਾਤ ਕ੍ਰੀਏਟ ਕੀਤੇ ਜਾਣ ਤੇ ਦੇਸ਼ ਦੀ ਦੂਸਰੀ ਹੋਰ ਧਿਰ ਵੀ ਜਿਹੜੀ ਆ ਉਹਨਾਂ ਨੂੰ ਵੀ ਇਹ ਕਰਦੇ ਆ ਕਿ ਹਾਲਾਤ ਨਾ ਬਣਾਏ ਜਾਣ। ਤੇ ਅਗਰ ਦਰਬਾਰ ਸਾਹਿਬ ਦਾ ਜਿਹੜਾ ਹੱਦ ਗ੍ਰੰਥੀ ਆ ਉਹਨੂੰ ਉਹ ਸੰਦੇਸ਼ ਦੇਵੇ ਤੇ ਇਸ ਵੇਲੇ ਮੌਜੂਦਾ ਹਾਲਾਤ ਦੇ ਵਿੱਚ ਬਿਹਤਰ ਹੋਵੇਗਾ ਤੇ ਟਕਰਾਓ ਜਿਹੜਾ ਨਾ ਉਹ ਟਾਲਿਆ ਜਾ ਸਕਦਾ। ਖਾਲਸਾ ਜਿਹੜਾ ਇਹ ਚਾਹੁੰਦਾ ਜੀ। ਬਿਲਕੁਲ ਸਤਨਾਮ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਰੇ ਇਸ਼ੂ ਦੇ ਉੱਪਰ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਫਤਿਹ ਜੀ। ਫਤਿਹ ਜੀ। ਵਿਊਅਰਸ, ਇਹ ਸਨ ਦਲ ਖਾਲਸਾ ਦੇ ਉੱਘੇ ਆਗੂ ਸਰਦਾਰ ਸਤਨਾਮ ਸਿੰਘ ਪੌਂਟਾ ਸਾਹਿਬ। ਉਮੀਦ ਕਰਦੇ ਹਾਂ ਕਿ ਅੱਜ ਦੀ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ। ਜਿਵੇਂ ਕਿ ਸਤਨਾਮ ਸਿੰਘ ਹੋਰਾਂ ਨੇ ਦੱਸਿਆ ਕਿ ਉਹਨਾਂ ਦਾ ਮੰਨਣਾ ਹੈ ਕਿ SGPC ਹੋਵੇ ਜਾਂ ਅਕਾਲ ਤਖਤ ਦੇ ਜਥੇਦਾਰ ਦਾ ਅਹੁਦਾ ਹੋਵੇ, ਉਹਦੀ ਜਿਹੜੀ ਅਪਰੋਚ ਹੈ ਉਹ ਉਹਨਾਂ ਦੀ ਜਿਹੜੀ ਸਿਲੈਕਸ਼ਨ ਹੋਣੀ ਚਾਹੀਦੀ ਹੈ, ਇਲੈਕਸ਼ਨ ਨਹੀਂ। ਸੋ ਇਹ ਜਿਹੜਾ ਇੱਕ ਸਵਾਲ ਹੈ ਇਹ ਅੱਜ ਇਸ ਡਿਸਕਸ਼ਨ ਦੇ ਵਿੱਚੋਂ, ਵਿਚਾਰ ਚਰਚਾ ਦੇ ਵਿੱਚੋਂ ਅਸੀਂ ਤੁਹਾਡੀ ਕਚਹਿਰੀ ਦੇ ਵਿੱਚ ਰੱਖਦੇ ਹਾਂ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਤੁਸੀਂ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ www.tv84.tv। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।